ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮਤਿ ਐਲੀਮੈਂਟਰੀ ਕੋਰਸ ਪੁਸਤਕ ਦੂਸਰੀ ਮਾਤਾ ਖੀਵੀ ਜੀ। ਕਿਸੇ ਯੁੱਗ ਵਿੱਚ ਵੀ ਔਰਤ ਨੂੰ ਇਤਨਾ ਵੱਡਾ ਮਾਣ ਸਨਮਾਨ ਨਹੀਂ ਮਿਲਿਆ ਜਿਤਨਾ ਕਿ ਗੁਰੂ ਘਰ ਵਿੱਚ ਮਿਲਿਆ ਹੈ। ਗੁਰੂ ਸਾਹਿਬਾਨ ਤੋਂ ਪਹਿਲਾਂ ਵੀ ਅਤੇ ਉਸ ਦੌਰਾਨ ਵੀ ਅਤੇ ਹੁਣ ਵੀ ਸਮਾਜਿਕ ਤੌਰ 'ਤੇ ਪੱਥਰ ਦੀ ਔਰਤ ਦੀ ਪੂਜਾ ਦੇਵੀ ਰੂਪ ਵਿੱਚ ਕੀਤੀ ਜਾਂਦੀ ਹੈ, ਪਰ ਹੱਡ ਮਾਸ ਦੀ ਅਸਲ ਔਰਤ ਨਾਲ ਨਿਤ ਬੁਰਾ ਵਿਵਹਾਰ ਹੁੰਦਾ ਰਿਹਾ ਹੈ, ਲਗਾਤਾਰ ਹੋ ਵੀ ਰਿਹਾ ਹੈ। ਔਰਤ ਦੀ ਤਾਕਤ ਨੂੰ ਪ੍ਰਵਾਨ ਤਾਂ ਕੀਤਾ ਜਾਂਦਾ ਹੈ, ਪਰ ਔਰਤ ਦੀ ਹੋਂਦ ਨੂੰ ਸਦਾ ਹੀ ਪੈਰਾਂ ਥੱਲੇ ਰੋਲਿਆ ਜਾਂਦਾ ਰਿਹਾ ਹੈ। ਔਰਤ ਨੂੰ ਢੋਲ, ਪਸ਼ੂ ਅਤੇ ਗਵਾਰ ਨਾਲ ਤੁਲਨਾ ਕਰਕੇ ਉਸ ਦੀ ਨਿੰਦਾ ਕੀਤੀ ਜਾਂਦੀ ਰਹੀ ਹੈ, ਪਰ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੀ ਵਾਰ ਸਤਿਕਾਰ ਨਾਲ ਸਵੀਕਾਰ ਕੇ ਔਰਤ ਬਾਰੇ ਫਰਮਾਇਆ ਹੈ, ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਪੰਨਾ ਨੰਬਰ 473। ਭਾਵ ਉਸ ਇਸਤਰੀ ਜਾਤੀ ਨੂੰ ਮੰਦਾ ਅਤੇ ਨੀਵਾਂ ਨਹੀਂ ਸਮਝਣਾ ਚਾਹੀਦਾ ਜਿਸ ਨੇ ਅਨੇਕਾਂ ਧਰਮੀਆਂ, ਰਾਜਿਆਂ ਅਤੇ ਹਰ ਕਿਸਮ ਦੇ ਵੱਡੇ ਲੋਕਾਂ ਨੂੰ ਜਨਮ ਦਿੱਤਾ। ਗੁਰੂ ਸਾਹਿਬਾਨ ਨੇ ਔਰਤ ਨੂੰ ਚੰਗੇ ਅਤੇ ਕੋਮਲ ਗੁਣਾਂ ਵਾਲੀ ਮੰਨਿਆ ਹੈ ਅਤੇ ਇਹਨਾਂ ਗੁਣਾਂ ਨੂੰ ਪੁਰਸ਼ ਨੂੰ ਵੀ ਆਪਣੇ ਅੰਦਰ ਵਸਾ ਲੈਣ ਦੀ ਪ੍ਰੇਰਨਾ ਦਿੱਤੀ ਹੈ ਅਤੇ ਸਮਝਾਇਆ ਹੈ ਕਿ ਔਰਤ ਵਾਲੇ ਗੁਣ ਧਾਰਨ ਕਰਨ ਨਾਲ ਹੀ ਅਸੀਂ ਪਤੀ ਪਰਮਾਤਮਾ ਦਾ ਪਿਆਰ ਪਾ ਸਕਦੇ ਹਾਂ। ਭਾਵ ਸ਼ੁਭ ਇਨਸਾਨੀ ਗੁਣ ਕੁਦਰਤ ਨੇ ਔਰਤ ਨੂੰ ਹੀ ਬਖਸ਼ੇ ਹਨ ਅਤੇ ਇਹਨਾਂ ਗੁਣਾਂ ਕਰਕੇ ਹੀ ਉਹ ਉੱਤਮ ਮੰਨੀ ਗਈ ਹੈ। ਕਿਉਂਕਿ ਔਰਤ ਕੁਦਰਤ ਦੇ ਸ਼ੁਭ ਗੁਣਾਂ ਨਾਲ ਇਤਨੀ ਭਰੀ ਹੋਈ ਹੁੰਦੀ ਹੈ ਕਿ ਝੂਠੀ ਲੋਕ ਪ੍ਰਸ਼ੰਸਾ ਅਤੇ ਵਡਿਆਈ ਦੀ ਉਸ ਨੂੰ ਲੋੜ ਹੀ ਨਹੀਂ ਪਾਸਦੀ, ਅਤੇ ਜੇ ਐਸਾ ਕੁਝ ਸੁੱਤੇ ਸਿੱਧ ਮਿਲ ਵੀ ਜਾਏ ਤਾਂ ਉਹ ਪਤੀ, ਭਰਾ, ਪਿਤਾ ਜਾਂ ਸੰਤਾਨ ਦੇ ਨਾਂ ਕਰਕੇ ਖੁਦ ਗੁਪਤ ਰਹਿਣਾ ਹੀ ਲੋਚਦੀ ਹੈ। ਜੋ ਔਰਤਾਂ ਝੂਠੇ ਲੋਕ ਵਿਖਾਵੇ ਜਾਂ ਪ੍ਰਸ਼ੰਸਾ ਵੱਲ ਤੁਰਦੀਆਂ ਹਨ, ਉਹ ਕਿਤੇ ਨਾ ਕਿਤੇ ਔਰਤ ਦੇ ਸ਼ੁਭ ਗੁਣਾਂ ਤੋਂ ਵਾਂਝੀਆਂ ਹੁੰਦੀਆਂ ਹਨ। ਗੁਰੂ ਸਾਹਿਬਾਨ ਹਰ ਔਰਤ ਵਿੱਚ ਇਹ ਗੁਣ ਵੇਖਣੇ ਚਾਹੁੰਦੇ ਸਨ। ਇਸੇ ਕਰਕੇ ਉਹਨਾਂ ਨੇ ਔਰਤ ਨੂੰ ਜਿਸਮ ਜਾਂ ਆਕਾਰ ਰੂਪ ਵਿੱਚ ਵੇਖਣ ਦੀ ਬਜਾਏ ਉਸ ਨੂੰ ਕੇਵਲ ਗੁਣ ਰੂਪ ਵਿੱਚ ਹੀ ਦੇਖਿਆ ਹੈ। ਗੁਰੂ ਘਰ ਨੂੰ ਪ੍ਰਚਾਰਨ ਅਤੇ ਪ੍ਰਸਾਰ ਦੇਣ ਵਾਲੀਆਂ ਔਰਤਾਂ ਉਪਰੋਕਤ ਸ਼ੁਭ ਗੁਣਾਂ ਨਾਲ ਸ਼ਿੰਗਾਰੀਆਂ ਮਿਲਦੀਆਂ ਹਨ ਅਤੇ ਹਰ ਸਮੇਂ ਗੁਰੂ ਸਾਹਿਬਾਨ ਦੀ ਪਿੱਠ 'ਤੇ ਖਲੋਤੀਆਂ ਨਜ਼ਰ ਆਉਂਦੀਆਂ ਹਨ। ਉਹਨਾਂ ਨੇ ਸਿੱਖ ਬੀਬੀਆਂ ਲਈ ਮਾਰਗਦਰਸ਼ਨ ਦੇ ਤੌਰ 'ਤੇ ਕੰਮ ਕੀਤਾ ਹੈ। ਜੇ ਪਹਿਲੀ ਸਿੱਖ ਬੇਬੇ ਨਾਨਕੀ ਹੈ ਤਾਂ ਪਹਿਲੀ ਤਿਆਗਣ ਬੀਬੀ ਸੁਲੱਖਣੀ ਜੀ। ਇਸੇ ਤਰ੍ਹਾਂ ਸੇਵਾ ਦੇ ਰੂਪ ਵਿੱਚ ਗੁਰੂ ਅੰਗਦ ਸਾਹਿਬ ਜੀ ਦੇ ਮਹਿਲ ਮਾਤਾ ਖੀਵੀ ਜੀ ਦਾ ਨਾਂ ਆਉਂਦਾ ਹੈ, ਜਿਨ੍ਹਾਂ ਨੇ ਭਗਤੀ, ਸੇਵਾ ਅਤੇ ਤਿਆਗ ਕਾਰਨ ਸਿੱਖ ਇਤਿਹਾਸ ਵਿੱਚ ਹੀ ਨਹੀਂ ਸਗੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਯਥਾਯੋਗ ਸਥਾਨ ਪ੍ਰਾਪਤ ਕੀਤਾ ਹੈ। ਮਾਤਾ ਖੀਵੀ ਜੀ ਬਚਪਨ ਤੋਂ ਹੀ ਮਿੱਠੇ ਸੁਭਾਅ ਵਾਲੇ ਅਤੇ ਸ਼ੁਭ ਗੁਣਾਂ ਦੇ ਧਾਰਨੀ ਸਨ। ਆਪ ਦੇ ਪਿਤਾ ਜੀ ਦੇਵੀ ਚੰਦ ਜੀ ਸਨ। ਆਪ ਜੀ ਦਾ ਜਨਮ ਖਡੂਰ ਸਾਹਿਬ ਦੇ ਨੇੜੇ ਦੇ ਪਿੰਡ ਵਿੱਚ ਹੋਇਆ। ਖੀਵੀ ਜੀ ਦਾ ਰਿਸ਼ਤਾ ਭਾਈ ਲਹਿਣਾ ਜੀ ਨਾਲ ਮਾਤਾ ਵੈਰਾਈ ਜੀ ਨੇ ਹੀ ਕਰਵਾਇਆ ਸੀ। ਬੀਬੀ ਵੈਰਾਈ ਜੀ ਚੌਧਰੀ ਤਖਤ ਮਲ ਦੀ ਪੁੱਤਰੀ ਸੀ, ਜਿਸ ਪਾਸ ਗੁਰੂ ਅੰਗਦ ਸਾਹਿਬ ਜੀ ਦੇ ਪਿਤਾ ਭਾਈ ਫੇਰੂ ਮਲ ਜੀ ਨੌਕਰੀ ਕਰਦੇ ਸਨ। ਇਹ ਵਿਆਹ 1519 ਵਿੱਚ ਹੋਇਆ। ਭਾਈ ਲਹਿਣਾ ਜੀ ਦੇ ਪਿਤਾ ਬਾਬਾ ਫੇਰੂ ਮਲ ਜੀ ਹਰ ਸਾਲ ਇੱਕ ਜਥਾ ਲੈ ਕੇ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸਨ। ਜਦ ਬਾਬਾ ਫੇਰੂ ਮਲ ਜੀ 1526 ਵਿੱਚ ਚੜ੍ਹਾਈ ਕਰ ਗਏ ਤਾਂ ਸੰਘ ਦੀ ਅਗਵਾਈ ਕਰਨ ਦਾ ਭਾਰ ਵੀ ਲਹਿਣਾ ਜੀ ਦੇ ਮੋਢਿਆਂ 'ਤੇ ਆ ਪਿਆ, ਪਰ ਆਪ ਛੇਤੀ ਹੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਭਾਵ ਕਾਰਨ ਸਿੱਖ ਬਣ ਕੇ ਗੁਰੂ ਸਾਹਿਬ ਕੋਲ ਕੁਝ ਸਮਾਂ ਰੁਕ ਗਏ ਸਨ। ਇਸ ਦੌਰਾਨ ਭਾਈ ਲਹਿਣਾ ਜੀ ਨੂੰ ਵਾਪਸ ਜਥੇ ਨਾਲ ਨਾ ਆਇਆ ਦੇਖ ਕੇ ਲੋਕੀ ਮਾਤਾ ਖੀਵੀ ਜੀ ਨੂੰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਹਿਣ ਲੱਗੇ, ਪਰ ਮਾਤਾ ਜੀ ਦਾ ਸਦਾ ਪਤੀ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦਾ ਗੁਣ ਹੀ ਸੀ, ਜੋ ਐਸੇ ਬਿਖੜੇ ਸਮੇਂ 'ਤੇ ਆਪਣੇ ਪੈਰਾਂ 'ਤੇ ਅਡੋਲ ਖੜੇ ਰਹਿ ਕੇ ਆਪ ਜੀ ਨੇ ਲਹਿਣਾ ਜੀ ਦੀ ਪਿੱਠ ਪੂਰੀ। ਲੋਕਾਂ ਨੂੰ ਜਵਾਬ ਦਿੱਤਾ ਕਿ ਜੇ ਉਹ
ਗੋਦੜੀ ਪਾਵੇਗਾ ਤਾਂ ਮੈਂ ਲੀਰਾ ਹੰਡਾਸਾਂ, ਜਿਸ ਹਾਲ ਰੱਖੇਗਾ ਉਸ ਹਾਲ ਰਹਾਂਗੀ। ਆਪ ਨੇ ਪਤੀ ਨੂੰ ਘਰ ਰਹਿ ਕੇ ਹੀ ਭਗਤੀ ਦ੍ਰਿੜ ਕਰਨ ਲਈ ਪ੍ਰੇਰਿਆ। ਪਰ ਲਹਿਣਾ ਜੀ ਨੇ ਸਮਝਾਇਆ ਕਿ ਜਿੱਥੇ ਉਹ ਜਾ ਰਹੇ ਹਨ ਉੱਥੇ ਗ੍ਰਹਿਸਥ ਵਿੱਚ ਰਹਿ ਕੇ ਹੀ ਯੋਗ ਕਮਾਉਣ ਦੀ ਜਾਚ ਸਿਖਾਈ ਜਾਂਦੀ ਹੈ। ਤਾਂ ਖੀਵੀ ਜੀ ਨੇ ਖਿੜੇ ਮੱਥੇ ਆਪ ਜੀ ਨੂੰ ਜਾਣ ਦਿੱਤਾ। ਗ੍ਰਹਿਸਥ ਦਾ ਸਾਰਾ ਭਾਗ ਵੀ ਉਹਨਾਂ ਉੱਤੇ ਹੀ ਆ ਪਿਆ। ਬੱਚੇ ਬਹੁਤ ਛੋਟੇ ਸਨ। ਉਹਨਾਂ ਦੀ ਪੂਰੀ ਪਾਲਣਾ ਆਪਣੇ ਪਿਤਾ ਦੇਵੀ ਚੰਦ ਜੀ ਦੇ ਸਹਿਯੋਗ ਨਾਲ ਕੀਤੀ। ਜੇ ਭਾਈ ਲਹਿਣਾ ਜੀ 7 ਸਾਲ ਯਾਨੀ ਕਿ 1532 ਤੋਂ ਲੈ ਕੇ 1539 ਤੱਕ ਗੁਰੂ ਨਾਨਕ ਸਾਹਿਬ ਜੀ ਕੋਲ ਰਹਿ ਕੇ ਸੇਵਾ ਕਰ ਰਹੇ ਸਨ, ਤਾਂ ਖੀਵੀ ਜੀ ਘਰ ਵਿੱਚ ਹੀ ਸੇਵਾ ਵਿੱਚ ਲੀਨ ਹੋ ਰਹੇ ਸਨ। ਜਦ ਭਾਈ ਲਹਿਣਾ ਜੀ 1539 ਵਿੱਚ ਗੁਰੂ ਅੰਗਦ ਰੂਪ ਹੋ ਕੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਉੱਤੇ ਬੈਠੇ, ਤੇ ਖੀਵੀ ਜੀ ਉੱਤੇ ਵੀ ਵੱਡੀ ਜ਼ਿੰਮੇਵਾਰੀ ਆ ਪਈ। ਜੋ ਬੂਟਾ ਗੁਰੂ ਨਾਨਕ ਸਾਹਿਬ ਜੀ ਨੇ ਲਾਇਆ ਸੀ ਉਸ ਦੀ ਸੰਭਾਲ ਕਰਨ ਦੀ ਲੋੜ ਜ਼ਿਆਦਾ ਸੀ। ਜੇਕਰ ਗੁਰ ਸ਼ਬਦ ਦਾ ਪ੍ਰਚਾਰ ਗੁਰੂ ਅੰਗਦ ਸਾਹਿਬ ਕਰ ਰਹੇ ਸਨ ਤਾਂ ਸੰਗਤ ਦੀ ਸੇਵਾ ਸੰਭਾਲ ਮਾਤਾ ਖੀਵੀ ਜੀ ਕਰ ਰਹੇ ਸਨ। ਗੁਰੂ ਅੰਗਦ ਸਾਹਿਬ ਜੀ ਸਿੱਖੀ ਦੇ ਬੂਟੇ ਨੂੰ ਇੱਕ ਥਾਂ ਟਿਕ ਕੇ ਪਾਣੀ ਦੇਣ ਖਾਤਰ ਹਰੀਕੇ ਪੱਤਣ ਤੋਂ ਅੱਗੇ ਨਹੀਂ ਜਾ ਸਕੇ, ਤਾਂ ਜੋ ਗੁਰੂ ਨਾਨਕ ਸਾਹਿਬ ਜੀ ਵੱਲੋਂ ਸਜਾਏ ਗਏ ਸਿੱਖੀ ਮਹਿਲ ਨੂੰ ਜਥੇਬੰਦ ਕੀਤਾ ਜਾ ਸਕੇ। ਗੁਰੂ ਨਾਨਕ ਸਾਹਿਬ ਜੀ ਦੇ ਲੰਬੇ ਪ੍ਰਚਾਰਕ ਦੌਰਿਆਂ ਕਾਰਨ ਦੂਰੋਂ ਨੇੜਿਓਂ ਸੰਗਤਾਂ ਵਹੀਰਾ ਪਾ ਕੇ ਦਰਸ਼ਨਾਂ ਨੂੰ ਆਉਂਦੀਆਂ। ਆਉਣ ਵਾਲੀ ਸੰਗਤ ਦੀ ਸੇਵਾ ਸੰਭਾਲ ਜਿਵੇਂ ਮਾਤਾ ਖੀਵੀ ਜੀ ਨੇ ਸੁਚੱਜੇ ਰੂਪ ਵਿੱਚ ਕੀਤੀ, ਉਹ ਆਪਣੀ ਮਿਸਾਲ ਆਪ ਹੀ ਹੈ। ਬਾਹਰੋਂ ਆਈ ਭੇਟਾ ਅਤੇ ਲੰਗਰ ਦੀ ਸੰਭਾਲ ਦਾ ਸਾਰਾ ਹੀ ਪ੍ਰਬੰਧ ਆਪ ਜੀ ਨੇ ਆਪਣੇ ਜ਼ਿੰਮੇ ਲੈ ਲਿਆ, ਤਾਂ ਕਿ ਇਸ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਾ ਆਵੇ। ਮਾਤਾ ਜੀ ਖਡੂਰ ਸਾਹਿਬ ਬਹੁਤ ਤੜਕੇ ਉੱਠਦੇ, ਘਰ ਦੇ ਕੰਮ ਕਾਜ ਤੋਂ ਵਿਹਲੇ ਹੋ ਕੇ ਲੰਗਰ ਦੀ ਸੇਵਾ ਵਿੱਚ ਲੱਗ ਜਾਂਦੇ। ਆਪ ਜੀ ਨੇ ਬਾਬਾ ਬੁੱਢਾ ਜੀ, ਭਾਈ ਜੋਧ ਰਸੋਈਆ ਅਤੇ ਭਾਈ ਕਿਦਾਰਾ ਜੀ ਨੂੰ ਵੱਖ-ਵੱਖ ਕਾਰਜ ਸੌਂਪ ਦਿੱਤੇ। ਆਪ ਜੀ ਨੇ ਐਸੀ ਜੁਗਤ ਨਾਲ ਸਭ ਕੁਝ ਸੰਭਾਲਿਆ ਕਿ ਕਿਸੇ ਨੂੰ ਵੀ ਕਿਸੇ ਕਿਸਮ ਦੀ ਤਕਲੀਫ ਨਾ ਹੋਣ ਦਿੱਤੀ। ਤੋੜ ਤਾਂ ਕਦੀ ਆਉਂਦੀ ਹੀ ਨਹੀਂ ਸੀ। ਹਰ ਵੱਡਾ ਛੋਟਾ, ਗਰੀਬ ਅਮੀਰ ਸਭ ਇੱਕੋ ਜਿਹੀ ਸੰਭਾਲ ਪਾਉਂਦੇ। ਆਪ ਜੀ ਨੇ ਲੰਗਰ ਦੀ ਪੌਸ਼ਟਿਕਤਾ ਨੂੰ ਭਰਪੂਰ ਰੱਖਿਆ। ਪੁੱਤਰਾਂ ਨੂੰ ਸਦਾ ਕਿਰਤ ਕਰਕੇ ਖਾਣ ਦਾ ਹੁਕਮ ਦਿੱਤਾ ਹੋਇਆ ਸੀ, ਤਾਂ ਕਿ ਪੁੱਤਰ ਧਰਮਸ਼ਾਲਾ ਤੱਕ ਹੀ ਸੀਮਤ ਨਾ ਹੋ ਜਾਣ। ਆਪ ਨੇ ਸੁਚੱਜੀ ਮਾਂ ਬਣ ਕੇ ਆਪਣੀਆਂ ਬੱਚੀਆਂ ਨੂੰ ਘਰ ਗ੍ਰਹਿਸਥੀ ਦੇ ਕੰਮ ਸਿਖਾਉਣ ਦੇ ਨਾਲ-ਨਾਲ ਬਾਣੀ ਵੀ ਕੰਠ ਕਰਵਾਈ। ਬੀਬੀ ਅਮਰੋ ਜੀ ਆਪ ਜੀ ਦੀ ਸਪੁੱਤਰੀ ਸਨ, ਜਿਨ੍ਹਾਂ ਕਾਰਨ ਬਾਬਾ ਅਮਰਦਾਸ ਜੀ ਗੁਰੂ ਘਰ ਦੇ ਹੀ ਹੋ ਗਏ। ਜਦੋਂ ਦਾਤੂ ਜੀ ਅਤੇ ਦਾਸੂ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਮਿਲਣ ਉੱਤੇ ਵਿਰੋਧਤਾ ਪ੍ਰਗਟਾਈ, ਤਾਂ ਆਪ ਜੀ ਨੇ ਦੋਹਾਂ ਬੱਚਿਆਂ ਨੂੰ ਗੁਰੂ ਅਮਰਦਾਸ ਜੀ ਦੇ ਸਾਹਮਣੇ ਕਰਕੇ ਮੁਆਫੀ ਮੰਗਵਾਈ। ਐਸੇ ਸਮੇਂ ਤੇ ਆਪ ਜੀ ਨੇ ਪਤੀ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਜੋ ਦ੍ਰਿੜਤਾ ਦਿਖਾਈ, ਉਹ ਸਭ ਸਿੱਖ ਬੀਬੀਆਂ ਲਈ ਮਿਸਾਲ ਹੈ। ਆਪ ਜੀ ਗੁਰੂ ਅੰਗਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਬਾਅਦ ਵੀ ਗੁਰੂ ਘਰ ਵਿਖੇ ਲੰਗਰ ਦੀ ਸੇਵਾ ਉਸੇ ਤਨਦੇਹੀ ਨਾਲ ਕਰਦੇ ਰਹੇ। ਭਾਵੇਂ ਕਾਫੀ ਬਿਰਧ ਹੋ ਗਏ ਸਨ, ਪਰ ਲੰਗਰ ਦੀ ਨਿਗਰਾਨੀ ਉਸੇ ਤਰ੍ਹਾਂ ਕਰਦੇ ਰਹੇ। ਅੰਮ੍ਰਿਤਸਰ ਵਸਿਆ ਤਾਂ ਉੱਥੇ ਵੀ ਸੇਵਾ ਕਰਦੇ ਰਹੇ। ਪਰਿਵਾਰ ਨੂੰ ਮਿਲਣ ਆਏ 1582 ਵਿੱਚ ਖਡੂਰ ਸਾਹਿਬ ਵਿਖੇ ਹੀ ਗੁਰਪੁਰੀ ਸਿਧਾਰੇ ਅਤੇ ਗੁਰੂ ਅਰਜਨ ਸਾਹਿਬ ਜੀ ਨੇ ਆ ਕੇ ਹੱਥੀਂ ਸੰਸਕਾਰ ਕੀਤਾ। ਮਾਤਾ ਖੀਵੀ ਜੀ ਅਤ ਧੀਰਜ ਸੁਭਾਅ ਦੇ ਮਾਲਕ, ਬੁੱਧੀਮਾਨ, ਧਰਮ ਦੀ ਮੂਰਤ, ਸਦਾ ਰਜ਼ਾ ਵਿੱਚ ਰਾਜ਼ੀ ਅਤੇ ਹਮੇਸ਼ਾ ਖੇੜੇ ਵਿੱਚ ਰਹਿਣ ਵਾਲੀ ਸ਼ਖਸੀਅਤ ਸਨ, ਜੋ ਸਿੱਖ ਕੌਮ ਅਤੇ ਵਿਸ਼ੇਸ਼ ਤੌਰ ਤੇ ਸਿੱਖ ਬੀਬੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਵਜੋਂ ਕੰਮ ਆਵੇਗੀ। ਭਾਈ ਬਲਵੰਡ ਜੀ ਆਪਣੀ ਵਾਰ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਵਿੱਚ ਮਾਤਾ ਖੀਵੀ ਜੀ ਪ੍ਰਤੀ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਆਖਦੇ ਹਨ, ਬਲਵੰਡ ਖੀਵੀ ਨੇਕ ਜਿਸ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕਿਆਲੀ। ਪੰਨਾ ਨੰਬਰ 967। ਭਾਵ ਰਾਏ ਬਲਵੰਡ ਜੀ ਮਾਤਾ ਖੀਵੀ ਜੀ ਦੀ ਉਸਤਤ ਕਰਦਿਆਂ ਬਚਨ ਕਰਦੇ ਹਨ ਕਿ ਮਾਤਾ ਖੀਵੀ ਜੀ ਵੀ
ਆਪਣੇ ਪਤੀ ਵਾਂਗ ਬੜੇ ਨੇਕ ਹਨ। ਮਾਤਾ ਜੀ ਦੀ ਛਾਂ ਬਹੁਤ ਘਣੀ ਹੈ, ਭਾਵ ਮਾਤਾ ਜੀ ਪਾਸ ਬੈਠਿਆਂ ਹਿਰਦੇ ਵਿੱਚ ਸ਼ਾਂਤੀ ਤੇ ਠੰਡ ਪੈਂਦੀ ਹੈ। ਜਿਵੇਂ ਗੁਰੂ ਅੰਗਦ ਸਾਹਿਬ ਜੀ ਦੇ ਸਤਸੰਗ ਰੂਪ ਲੰਗਰ ਵਿੱਚ ਜੀਵਨ ਦੇਣ ਵਾਲਾ ਨਾਮ ਰਸ ਵੰਡਿਆ ਜਾ ਰਿਹਾ ਹੈ, ਤਿਵੇਂ ਹੀ ਮਾਤਾ ਖੀਵੀ ਜੀ ਦੀ ਸੇਵਾ ਸਦਕਾ ਲੰਗਰ ਵਿੱਚ ਘਿਓ ਵਾਲੀ ਖੀਰ ਵੰਡੀ ਜਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਪਾ ਸ਼ਿਵਨਾਥ। ਗੁਰੂ ਨਾਨਕ ਸਾਹਿਬ ਨੇ ਦਰਅਸਲ ਕਦੇ ਵੀ ਗ੍ਰਸਤ ਦਾ ਤਿਆਗ ਨਹੀਂ ਕੀਤਾ ਸੀ। ਹਾਂ, ਉਹਨਾਂ ਨੇ ਪਰਉਪਕਾਰ ਦੀ ਭਾਵਨਾ ਕਾਰਨ ਸੜਦੀ ਬਲਦੀ ਲੋਕਾਈ ਵਿੱਚ ਸੱਚ ਧਰਮ ਦੀ ਠੰਡਕ ਪਹੁੰਚਾਉਣ ਲਈ ਲੰਬੇ ਪ੍ਰਚਾਰਕ ਦੌਰੇ ਜ਼ਰੂਰ ਕੀਤੇ ਸਨ। ਜੋਗੀ ਲੋਕ ਗ੍ਰਸਤ ਨੂੰ ਅਪਵਿੱਤਰ ਅਤੇ ਤਿਆਗ ਨੂੰ ਪਵਿੱਤਰ ਮੰਨਦੇ ਹਨ। ਅਚਲ ਵਟਾਲੇ ਦੇ ਮੇਲੇ ਸਮੇਂ ਜੋਗੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਆਮ ਗ੍ਰਸਤੀਆਂ ਦੇ ਲਿਬਾਸ ਵਿੱਚ ਦੇਖ ਕੇ ਇਤਰਾਜ਼ ਕੀਤਾ ਕਿ ਜੇ ਮੁੜ ਗ੍ਰਸਤੀ ਹੀ ਬਣਨਾ ਸੀ ਤਾਂ ਉਦਾਸੀ ਭੇਖ ਕਿਉਂ ਧਾਰਨ ਕੀਤਾ ਸੀ? ਜੇ ਉਦਾਸੀ ਭੇਖ ਪਵਿੱਤਰ ਨਹੀਂ ਸੀ ਤਾਂ ਤੁਸੀਂ ਪਾਇਆ ਹੀ ਕਿਉਂ? ਜਦ ਤਕਰਾਰ ਚੱਲ ਰਹੀ ਸੀ ਤਾਂ ਲੋਕ ਇਕੱਠੇ ਹੋ ਗਏ। ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਕਿ ਹੇ ਜੋਗੀਓ, ਜੇ ਤੁਸੀਂ ਆਪਣੇ ਆਪ ਨੂੰ ਇੰਨਾ ਹੀ ਜ਼ਿਆਦਾ ਚੰਗਾ, ਪਵਿੱਤਰ ਅਤੇ ਉੱਚਾ ਮੰਨਦੇ ਹੋ ਅਤੇ ਗ੍ਰਸਤੀਆਂ ਨੂੰ ਅਪਵਿੱਤਰ ਅਤੇ ਨੀਵੇਂ ਮੰਨਦੇ ਹੋ, ਤਾਂ ਫਿਰ ਕੀ ਕਾਰਨ ਹੈ ਕਿ ਤੁਸੀਂ ਉਹਨਾਂ ਅਪਵਿੱਤਰ ਅਤੇ ਨੀਵੇਂ ਗ੍ਰਸਤੀਆਂ ਦੇ ਘਰੋਂ ਹੀ ਆਪਣੀ ਪੇਟ ਪੂਰਤੀ ਲਈ ਭਿੱਖਿਆ ਮੰਗਣ ਜਾਂਦੇ ਹੋ? ਅਚਲ ਵਟਾਲੇ ਵਿੱਚ ਸੱਚ ਪੁੱਛੋ ਤਾਂ ਜੋਗੀਆਂ ਦਾ ਲੱਕ ਹੀ ਟੁੱਟ ਗਿਆ ਸੀ। ਆਮ ਜਨਤਾ ਵਿੱਚ ਜੋਗੀਆਂ ਦਾ ਥੋਥਾਪਣ ਪ੍ਰਗਟ ਹੋ ਗਿਆ ਅਤੇ ਗੁਰੂ ਨਾਨਕ ਸਾਹਿਬ ਦੇ ਧਰਮ ਦਾ ਬੋਲਬਾਲਾ ਹੋ ਗਿਆ। ਪਰ ਕਈ ਥਾਈਂ ਆਪਣਾ ਆਪ ਬਚਾ ਕੇ ਬਚੇ ਕੁਛੇ ਜੋਗੀ ਆਪਣੀ ਸ਼ਾਖ ਨੂੰ ਦੁਬਾਰਾ ਬਣਾਉਣ ਲਈ ਹੱਥ ਪੈਰ ਮਾਰ ਰਹੇ ਸਨ। ਖਡੂਰ ਸਾਹਿਬ ਵਿਖੇ ਜੋਗੀਆਂ ਦਾ ਇੱਕ ਮੱਠ ਸੀ। ਇਸ ਮੱਠ ਦਾ ਮੁਖੀ ਇੱਕ ਕੰਨ ਪਾਟਾ ਜੋਗੀ ਸ਼ਿਵਨਾਥ ਸੀ। ਸ਼ਿਵਨਾਥ ਦੇ ਕ੍ਰੋਧੀ ਸੁਭਾਅ ਤੋਂ ਹਰੇਕ ਚੰਗੀ ਤਰ੍ਹਾਂ ਜਾਣੂ ਸੀ। ਗੁਰੂ ਸਾਹਿਬ ਦੇ ਖਡੂਰ ਆਉਣ ਤੋਂ ਪਹਿਲਾਂ ਇਸ ਜੋਗੀ ਦਾ ਨਗਰ ਵਿੱਚ ਬਹੁਤ ਰੋਹਬ ਤੇ ਦਬਦਬਾ ਸੀ, ਪਰ ਗੁਰਮਤਿ ਦਾ ਪ੍ਰਚਾਰ ਹੋਣ ਕਰਕੇ ਇਸ ਦਾ ਇਹ ਦਬਦਬਾ ਖਤਮ ਹੋ ਗਿਆ। ਇਸ ਕਾਰਨ ਜੋਗੀ ਗੁਰੂ ਅੰਗਦ ਸਾਹਿਬ ਜੀ ਦੀ ਚੜ੍ਹਦੀ ਕਲਾ ਦੇਖ ਕੇ ਬਹੁਤ ਦੁਖੀ ਹੁੰਦਾ ਸੀ ਅਤੇ ਗੁਰੂ ਸਾਹਿਬ ਨਾਲ ਈਰਖਾ ਕਰਦਾ ਸੀ। ਜਦ ਖਡੂਰ ਸਾਹਿਬ ਨੂੰ ਗੁਰੂ ਅੰਗਦ ਸਾਹਿਬ ਜੀ ਨੇ ਸਿੱਖੀ ਦਾ ਮਜ਼ਬੂਤ ਕੇਂਦਰ ਬਣਾਇਆ ਤਾਂ ਇਹ ਜੋਗੀ ਆਪਣੇ ਮਤ ਦੇ ਥੋਥੇਪਨ ਨੂੰ ਮੁੱਖ ਰੱਖ ਕੇ ਕਿਤੇ ਬਾਹਰ ਖਿਸਕ ਤੁਰਿਆ। ਇਸ ਜੋਗੀ ਨੇ ਇਸ ਆਸ ਨਾਲ ਦੜ ਵੱਟ ਲਈ ਸੀ ਕਿ ਆਉਣ ਵਾਲੇ ਸਮੇਂ ਵਿੱਚ ਕਦੇ ਨਾ ਕਦੇ ਭਲੇ ਦਿਨ ਤਾਂ ਆਉਣਗੇ। ਜੋਗੀ ਦਾ ਡੇਰਾ ਖਾਲੀ ਹੋ ਗਿਆ, ਪਰ ਕੁਝ ਸਮੇਂ ਬਾਅਦ ਇਹ ਸ਼ਿਵਨਾਥ ਵਾਪਿਸ ਆ ਗਿਆ। ਕਿਸੇ ਐਸੇ ਮੌਕੇ ਦੀ ਤਲਾਸ਼ ਵਿੱਚ ਸੀ ਜਦ ਉਹ ਗੁਰੂ ਅਤੇ ਗੁਰਮਤਿ ਪ੍ਰਚਾਰ ਦੇ ਰਾਹ ਵਿੱਚ ਰੋੜਾ ਅਟਕਾ ਸਕੇ ਅਤੇ ਲੋਕਾਂ ਨੂੰ ਦੁਬਾਰਾ ਆਪਣੇ ਮਗਰ ਲਾ ਲਵੇ। ਕਰਨੀ ਕਰਤਾਰ ਦੀ 1 ਸਾਲ ਮੀਂਹ ਬਿਲਕੁਲ ਹੀ ਨਹੀਂ ਪਿਆ। ਉਸ ਸਮੇਂ ਕਿਸਾਨਾਂ ਦੀ ਖੇਤੀ ਮੀਂਹ ਆਸਰੇ ਹੀ ਹੁੰਦੀ ਸੀ। ਮੀਂਹ ਨਾ ਪੈਣ ਕਾਰਨ ਕਿਸਾਨ ਚਿੰਤਿਤ ਅਤੇ ਦੁਖੀ ਸਨ। ਹਰੀਆਂ ਖੇਤੀਆਂ ਵੀ ਸੁੱਕਣ ਲੱਗ ਪਈਆਂ। ਮੀਂਹ ਤਾਂ ਕੁਦਰਤ ਦੀ ਖੇਡ ਹੈ, ਕਦੇ ਪਹਿਲਾਂ ਵਸ ਪੈਂਦਾ ਹੈ, ਕਦੇ ਪਿੱਛੇ, ਕਦੇ ਬਹੁਤ ਵੱਧ ਅਤੇ ਕਦੇ ਘੱਟ। ਜੋਗੀ ਸ਼ਿਵਨਾਥ ਨੇ ਮੌਕੇ ਦਾ ਫਾਇਦਾ ਉਠਾਉਣ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਉਹ ਲੋਕਾਂ ਨੂੰ ਕਹਿਣ ਲੱਗਾ, ਮੀਂਹ ਕਿਵੇਂ ਪਵੇ? ਪਾਪਾਂ ਦਾ ਫਲ ਤਾਂ ਅੰਤ ਮਿਲਣਾ ਹੀ ਹੈ ਨਾ। ਸ਼ਾਸਤਰਾਂ ਦੀ ਮਰਿਆਦਾ ਤੋੜ ਕੇ ਤੁਸੀਂ ਬ੍ਰਹਮਚਾਰੀ ਸਾਧਾਂ ਨੂੰ ਛੱਡ ਕੇ ਗੁਰੂ ਅੰਗਦ ਸਾਹਿਬ ਜੀ ਨੂੰ ਆਪਣਾ ਗੁਰੂ ਬਣਾਇਆ ਹੈ, ਜੋ ਇੱਕ ਗ੍ਰਸਤੀ ਅਤੇ ਬਾਲ ਬੱਚੇਦਾਰ ਹਨ। ਗੁਰੂ ਕੇਵਲ ਅਸੀਂ ਹੀ ਬਣ ਸਕਦੇ ਹਾਂ। ਸਾਨੂੰ ਛੱਡ ਕੇ ਗੁਰੂ ਅੰਗਦ ਸਾਹਿਬ ਨੂੰ ਗੁਰੂ ਮੰਨਣ ਨਾਲ ਇਹ ਉਪੱਦਰ ਪ੍ਰਗਟ ਹੋਣਾ ਹੀ ਸੀ। ਕੁਝ ਸਿਆਣਿਆਂ ਨੇ ਗੁਰੂ ਜੀ ਦੇ ਮਹਾਨ ਗੁਣਾਂ ਦਾ ਜ਼ਿਕਰ ਵੀ ਕਰ ਦਿੱਤਾ ਅਤੇ ਸਾਫ਼ ਕਿਹਾ ਕਿ ਗੁਰੂ ਜੀ ਸਭ ਨੂੰ ਸ਼ੁਭ ਅਮਲਾਂ ਦਾ ਹੀ ਉਪਦੇਸ਼ ਦਿੰਦੇ ਹਨ, ਦਾ ਭਲਾ ਕਰਦੇ ਹਨ, ਪ੍ਰਭੂ ਪ੍ਰੇਮ ਦਾ ਸਾਖਸ਼ਾਤ ਰੂਪ ਹਨ। ਇਸ ਗੱਲ ਨੇ ਸਗੋਂ ਬਲਦੀ ਤੇ ਤੇਲ ਦਾ ਕੰਮ ਕੀਤਾ। ਸ਼ਿਵਨਾਥ ਕਹਿਣ ਲੱਗਾ ਕਿ ਜੇ ਗੁਰੂ ਸਾਹਿਬ ਇੰਨੇ ਹੀ ਕਲਾਵਾਨ ਹਨ ਤਾਂ ਉਹਨਾਂ ਨੂੰ ਕਹੋ ਕਿ ਉਹ ਮੀਂਹ ਪਵਾ ਦੇਣ। ਈਰਖਾਲੂ ਸ਼ਿਵਨਾਥ ਇੰਨਾ ਅੱਗੇ ਵੱਧ ਗਿਆ ਤੇ ਕਹਿਣ ਲੱਗਾ ਕਿ ਤੁਸੀਂ ਗੁਰੂ ਅੰਗਦ ਸਾਹਿਬ ਨੂੰ
ਖਡੂਰ ਸਾਹਿਬ ਤੋਂ ਬਾਹਰ ਕੱਢ ਦੇਵੋ। ਮੈਂ ਆਪ ਵਸਾ ਦੇਵਾਂਗਾ। ਲੋਕਾਂ ਦੇ ਇਸ ਭਰਮ ਨੂੰ ਦੂਰ ਕਰਨ ਲਈ ਗੁਰੂ ਸਾਹਿਬ ਆਪ ਹੀ ਖਡੂਰ ਸਾਹਿਬ ਤੋਂ ਪ੍ਰਚਾਰ ਦੌਰੇ ਲਈ ਤੁਰ ਪਏ। ਗੁਰੂ ਸਾਹਿਬ ਨੇ ਭੈਰੋਵਾਲ, ਤੁੜ ਆਦਿ ਪਿੰਡਾਂ ਵਿੱਚ ਪ੍ਰਚਾਰ ਕਰਦਿਆਂ ਖਾਨ ਰਜ਼ਾਦਾ ਵਿੱਚ ਜਾ ਡੇਰਾ ਲਾਇਆ। ਟਿਕਾਣਾ ਕਰਨ ਵਾਲੀ ਥਾਂ ਤੇ ਪਿੰਡ ਖਾਨ ਛਾਪਰੀ ਵਸ ਗਿਆ। ਇਹਨਾਂ ਦਿਨਾਂ ਵਿੱਚ ਬਾਬਾ ਗੁਰੂ ਅਮਰਦਾਸ ਜੀ ਗੁਰੂ ਹੁਕਮ ਅਨੁਸਾਰ ਕਿਸੇ ਕੰਮ ਲਈ ਆਪਣੇ ਪਿੰਡ ਬਾਸਰ ਕੇ ਗਏ ਹੋਏ ਸਨ। ਉਹਨਾਂ ਖਡੂਰ ਸਾਹਿਬ ਵਾਪਸ ਆ ਕੇ ਜਦ ਸਾਰੇ ਹਾਲਾਤ ਦੇਖੇ ਤਾਂ ਦੰਗ ਰਹਿ ਗਏ ਅਤੇ ਉਦਾਸ ਵੀ ਹੋਏ। ਗੁਰੂ ਅੰਗਦ ਸਾਹਿਬ ਜੀ ਵਰਗੀ ਧਰਮ, ਪਰਉਪਕਾਰ ਅਤੇ ਰੱਬੀ ਪਿਆਰ ਵਰਗੀ ਸਾਕਸ਼ਾਤ ਮੂਰਤ ਨਾਲ ਈਰਖਾ ਕਰਕੇ ਨਿਰਾਦਰ ਕਰਨ ਵਾਲੇ ਸ਼ਿਵਨਾਥ ਕੰਨ ਪਾਟੇ ਨਾਲ ਸਹੀ ਢੰਗ ਦੁਆਰਾ ਨਿਭਣ ਦਾ ਫੈਸਲਾ ਬਾਬਾ ਅਮਰਦਾਸ ਜੀ ਨੇ ਕਰ ਲਿਆ। ਬਾਬਾ ਅਮਰਦਾਸ ਜੀ ਇਹ ਗੱਲ ਵੀ ਭਲੀ ਭਾਂਤ ਸਮਝਦੇ ਸਨ ਕਿ ਇਹ ਸ਼ਿਵਨਾਥ ਲੋਕਾਂ ਨੂੰ ਸੱਚ ਧਰਮ ਦਾ ਉਪਦੇਸ਼ ਦੇਣ ਦੀ ਥਾਂ ਵਹਿਮਾਂ ਭਰਮਾਂ ਵਿੱਚ ਹੀ ਭਟਕਾਉਂਦਾ ਹੈ। ਇਸ ਤਰ੍ਹਾਂ ਇਹ ਲੋਕਾਂ ਦਾ ਆਤਮਿਕ ਜੀਵਨ ਵੀ ਬਰਬਾਦ ਕਰ ਰਿਹਾ ਹੈ। 8 ਦਿਨਾਂ ਤੋਂ ਵੀ ਵੱਧ ਸਮਾਂ ਲੰਘ ਗਿਆ ਸੀ, ਪਰ ਮੀਂਹ ਫਿਰ ਵੀ ਨਾ ਪਿਆ। ਕਿਸਾਨਾਂ ਅਤੇ ਨਗਰ ਨਿਵਾਸੀਆਂ ਰਾਹੀਂ ਬਾਬਾ ਅਮਰਦਾਸ ਜੀ ਨੇ ਸ਼ਿਵਨਾਥ ਨੂੰ ਸਿੱਧੀ ਗੱਲ ਕਹਿ ਦਿੱਤੀ ਕਿ ਹੁਣ ਉਹ ਜਾਂ ਤਾਂ ਆਪਣੀ ਕਰਾਮਾਤ ਨਾਲ ਮੀਂਹ ਪਵਾ ਕੇ ਵਿਖਾਵੇ ਤੇ ਜਾਂ ਫਿਰ ਆਪਣੇ ਈਰਖਾ ਭਰੇ ਕਰਮਾਂ ਦਾ ਫਲ ਭੁਗਤਣ ਲਈ ਤਿਆਰ ਹੋ ਜਾਵੇ। ਵਰਖਾ ਬਿਲਕੁਲ ਨਾ ਹੋਣ ਕਾਰਨ ਅੱਗੇ ਹੀ ਕਿਸਾਨ ਬਹੁਤ ਦੁਖੀ ਸਨ। ਉੱਪਰੋਂ ਜੋਗੀ ਦੀ ਮੀਂਹ ਪਵਾਉਣ ਦੀ ਫੜ ਵੀ ਨਾ ਪੂਰੀ ਹੋ ਸਕੀ। ਇਸ ਕਾਰਨ ਕਿਸਾਨ ਹੋਰ ਦੁਖੀ ਅਤੇ ਔਖੇ ਹੋ ਗਏ। ਬਾਬਾ ਅਮਰਦਾਸ ਜੀ ਨੇ ਲੋਕਾਂ ਨੂੰ ਉਹਨਾਂ ਦੀ ਗਲਤੀ ਦਾ ਅਹਿਸਾਸ ਕਰਵਾਇਆ। ਲੋਕ ਹੁਣ ਸਾਰੀ ਗੱਲ ਸਮਝ ਗਏ ਕਿ ਗੁਰੂ ਅੰਗਦ ਸਾਹਿਬ ਜੀ ਇਸ ਜੋਗੀ ਦੀ ਈਰਖਾ ਕਾਰਨ ਨਗਰ ਛੱਡ ਕੇ ਗਏ ਹਨ ਤੇ ਇਹ ਮਹਾ ਅਪਰਾਧ ਵੀ ਸ਼ਿਵਨਾਥ ਨੇ ਹੀ ਕਰਵਾਇਆ ਹੈ। ਲੋਕਾਂ ਨੂੰ ਜਦੋਂ ਅਸਲੀਅਤ ਦਾ ਪਤਾ ਲੱਗਾ ਤਾਂ ਉਹ ਕਾਬੂ ਤੋਂ ਬਾਹਰ ਹੋ ਗਏ। ਲੋਕਾਂ ਨੇ ਸ਼ਿਵਨਾਥ ਨੂੰ ਗਲ ਤੋਂ ਫੜ ਕੇ ਐਸਾ ਘਸੀਟਿਆ ਕਿ ਸ਼ਿਵਨਾਥ ਪ੍ਰਾਣ ਤਿਆਗ ਗਿਆ। ਉੱਪਰੋਂ ਕਰਨੀ ਕਰਤਾਰ ਦੀ ਉਸੇ ਸਮੇਂ ਹੀ ਖਡੂਰ ਸਾਹਿਬ ਤੇ ਬੱਦਲ ਛਾ ਗਏ ਅਤੇ ਬਹੁਤ ਜ਼ੋਰ ਨਾਲ ਮੀਂਹ ਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।